ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਮਾਲਾ ਮਨ ਕੇ ਭਾਗ ਦੂਜਾ। ਪਰਮਾਤਮਾ ਦੇ ਭੈ ਬਿਨਾਂ ਭਗਤੀ ਨਹੀਂ ਹੁੰਦੀ। ਰੱਜਵੀਂ ਰੋਟੀ, ਸਿੱਖਿਆ, ਸਿਹਤ ਅਤੇ ਸੁਰੱਖਿਆ ਅਤੇ ਨਿਆਂ ਹਰੇਕ ਮਨੁੱਖ ਦੀਆਂ ਬੁਨਿਆਦੀ ਲੋੜਾਂ ਹਨ। ਚੰਗੀ ਕਿਸਮਤ ਚੰਗੀ ਹੁੰਦੀ ਹੈ, ਪਰ ਇਹ ਲੰਮਾ ਅਰਸਾ ਚੰਗੀ ਰਹਿੰਦੀ ਨਹੀਂ। ਕਾਰਖਾਨੇਦਾਰਾਂ ਲਈ ਉਹ ਕਾਨੂੰਨ ਹਾਨੀਕਾਰਕ ਹੁੰਦੇ ਹਨ ਜਿਹੜੇ ਕਿਸਾਨਾਂ ਲਈ ਲਾਭਕਾਰੀ ਹੁੰਦੇ ਹਨ, ਕਿਉਂਕਿ ਦੋਹਾਂ ਦੇ ਹਿੱਤ ਟਕਰਾਉਂਦੇ ਹਨ। ਜਦੋਂ ਭਰਾ ਆਪੋ ਆਪਣੇ ਟੱਬਰਾਂ ਵਾਲੇ ਹੋ ਜਾਂਦੇ ਹਨ ਤਾਂ ਉਹ ਭਰਾ ਨਹੀਂ ਰਹਿੰਦੇ, ਰਿਸ਼ਤੇਦਾਰ ਬਣ ਜਾਂਦੇ ਹਨ। ਨਾਅਰੇ ਅਤੇ ਜੈਕਾਰੇ ਚਿੰਤਾ ਦੀ ਉਪਜ ਹੁੰਦੇ ਹਨ ਅਤੇ ਇਹ ਅਸ਼ਾਂਤੀ ਉਪਜਾਉਂਦੇ ਹਨ। ਬਾਹਰੀ ਖਤਰੇ ਸਮੇਂ ਹਰ ਦੇਸ਼ ਅੰਦਰ ਕੌਮੀ ਪਰਚਮ ਝੁੱਲਣ ਅਤੇ ਕੌਮੀ ਤਰਾਨੇ ਗੂੰਜਣ ਲੱਗ ਪੈਂਦੇ ਹਨ। ਕਿਸੇ ਨੂੰ ਬਿਨਾਂ ਜਾਣੇ ਕੋਸਣਾ, ਨਿੰਦਣਾ, ਨੀਚਿਆਉਣਾ, ਛੁਟਿਆਉਣਾ ਆਦਿ ਸਾਊ ਸਿਆਣੇ ਵਿਅਕਤੀਆਂ ਨੂੰ ਸ਼ੋਭਾ ਨਹੀਂ ਦਿੰਦਾ। ਅਮਰੀਕਾ ਕੋਲ ਧਨ ਅਤੇ ਹਥਿਆਰਾਂ ਦੇ ਬਲਬੂਤੇ ਆਪਣੀ ਗੱਲ ਮਨਵਾਉਣ ਦੀ ਸਮਰੱਥਾ ਹੈ, ਪਰ ਵਿਸ਼ਵ ਨੂੰ ਅਗਵਾਈ ਦੇਣ ਵਾਲੀ ਦਾਰਸ਼ਨਿਕ ਡੂੰਘਾਈ ਅਤੇ ਨੈਤਿਕ ਵਿਸ਼ਾਲਤਾ ਨਹੀਂ ਹੈ। ਇਹੀ ਕਾਰਨ ਹੈ ਕਿ ਅਮਰੀਕਾ ਤੋਂ ਹਰ ਕੋਈ ਡਰਦਾ ਤਾਂ ਹੈ, ਪਰ ਸਤਿਕਾਰ ਕੋਈ ਨਹੀਂ ਕਰਦਾ। ਦਰਖਤ ਸਾਡੇ ਫੇਫੜੇ ਹਨ, ਦਰਿਆ ਸਾਡੇ ਸਰੀਰ ਦੀਆਂ ਨਾੜੀਆਂ ਹਨ। ਜੋ ਹਾਲ ਅਸੀਂ ਕੁਦਰਤ ਦਾ ਕਰਾਂਗੇ, ਉਹੀ ਕੁਝ ਸਾਡੇ ਸਰੀਰ ਨਾਲ ਵਾਪਰੇਗਾ। ਪ੍ਰਾਪਤੀ ਹਮੇਸ਼ਾ ਸੀਮਤ ਹੁੰਦੀ ਹੈ, ਸੰਭਾਵਨਾਵਾਂ ਅਸੀਮ ਹੁੰਦੀਆਂ ਹਨ। ਅਸੀਂ ਸਿੱਖਿਆ ਸੰਸਥਾਵਾਂ ਤੋਂ ਡਿਗਰੀਆਂ ਲੈਣ ਉਪਰੰਤ ਜੋ ਸਿੱਖਦੇ ਹਾਂ, ਜੀਵਨ ਵਿੱਚ ਮਹੱਤਵ ਉਸਦਾ ਹੁੰਦਾ ਹੈ। ਵਿਦੇਸ਼ ਯਾਤਰਾ ਤੋਂ ਪਤਾ ਲੱਗਦਾ ਹੈ ਕਿ ਸਾਡੇ ਦੇਸ਼ ਵਿੱਚ ਕੀ ਕੀ ਗਲਤ ਹੈ ਅਤੇ ਕੀ ਕੀ ਠੀਕ ਨਹੀਂ। ਦਰਖਤ ਪੰਛੀਆਂ ਦੇ ਮਿਲਣ ਗਿਲਣ ਦੀ ਸਾਂਝੀ ਥਾਂ ਹੁੰਦੇ ਹਨ। ਪੰਛੀ ਅਸਮਾਨ ਵਿੱਚ ਜਿਤਨਾ ਮਰਜ਼ੀ ਉਡੇ, ਭੋਜਨ ਉਸਨੂੰ ਧਰਤੀ ਤੇ ਹੀ ਮਿਲਦਾ ਹੈ। ਮਨੁੱਖ ਜਿੱਥੇ ਮਰਜ਼ੀ ਜਾਵੇ, ਰੱਜਦਾ ਉਹ ਆਪਣੇ ਘਰ ਵਿੱਚ ਹੀ ਹੈ। ਪਹਿਲਾਂ ਬੂਟਾ ਲਾਉਣ ਦੇ ਪੱਖੋਂ ਅਸੀਂ 20 ਸਾਲ ਪਛੜ ਗਏ ਹਾਂ। ਦੂਜਾ ਬੂਟਾ ਲਾਉਣ ਦਾ ਢੁਕਵਾਂ ਸਮਾਂ ਅੱਜ ਹੈ, ਤੀਜਾ ਲਾਉਣ ਦਾ ਅਵਸਰ ਨਹੀਂ ਮਿਲੇਗਾ। ਦਰਖਤਾਂ ਦੇ ਫਲ ਹੁੰਦੇ ਪੰਛੀਆਂ ਲਈ ਹਨ, ਪਰ ਇਹਨਾਂ ਨੂੰ ਖਾਂਦੇ ਮਨੁੱਖ ਹਨ। ਪਤੀ ਪਤਨੀ ਦੇ ਝਗੜੇ ਵਿੱਚ ਠੀਕ ਗਲਤ ਹੋਣ ਦੀ ਜਿੱਦ ਨਹੀਂ ਚੱਲਦੀ। ਰਿਸ਼ਤਾ ਬਣਾਈ ਰੱਖਣਾ ਦੋਹਾਂ ਦੀ ਸਾਂਝੀ ਜ਼ਿੰਮੇਵਾਰੀ ਹੁੰਦੀ ਹੈ। ਸ਼ਾਂਤੀ ਅਤੇ ਪ੍ਰਸੰਨਤਾ ਸੰਸਾਰ ਦੇ ਦੋ ਸੰਤ ਹਨ। ਡਰ ਵਿੱਚੋਂ ਗੁਜ਼ਰੇ ਬਿਨਾਂ ਡਰ ਤੋਂ ਮੁਕਤ ਨਹੀਂ ਹੋਇਆ ਜਾ ਸਕਦਾ। ਸੂਰਜ ਦੁਆਲੇ ਘੁੰਮਣ ਵਾਲੀ ਧਰਤੀ ਇੱਕ ਮਾਤਰ ਗ੍ਰਹਿ ਹੈ, ਜਿਸ ਦਾ ਨਾਂ ਕਿਸੇ ਦੇਵਤੇ ਦੇ ਨਾਂ ਤੇ ਨਹੀਂ। ਬੱਚੇ ਪ੍ਰਤੀ ਮਾਂ ਦੇ ਪਿਆਰ ਸੰਬੰਧੀ ਮਾਂ ਨਾਲ ਬਹਿਸ ਨਹੀਂ ਕੀਤੀ ਜਾ ਸਕਦੀ। ਕਿਸੇ ਮਾਂ ਕੋਲ ਅਜਿਹੀ ਬਹਿਸ ਲਈ ਸਮਾਂ ਨਹੀਂ ਹੁੰਦਾ। ਜਿਨ੍ਹਾਂ ਕੋਲ ਸ਼ਬਦਾਂ ਦੀ ਤਾਕਤ ਨਹੀਂ ਹੁੰਦੀ, ਉਹ ਮੁੱਕਿਆਂ, ਠੁੱਡਿਆਂ ਅਤੇ ਟਿੱਬੀਆਂ ਦੀ ਤਾਕਤ ਵਰਤਦੇ ਹਨ। ਵਪਾਰ ਜੀਵਾਂ ਵਿਚਕਾਰ ਭੋਜਨ ਚੁਰਾਉਣ ਦੀ ਆਦਤ ਦਾ ਵਿਕਸਿਤ ਰੂਪ ਹੈ, ਜਿਹੜਾ ਚੋਰੀ ਦੀ ਥਾਂ ਲੈਣ ਦੇਣ, ਵੇਚਣ ਖਰੀਦਣ ਦੀ ਚੁਸਤ ਵਿਧੀ ਵਿੱਚ ਬਦਲ ਗਿਆ ਹੈ ਅਤੇ ਸੱਭਿਅਕ ਵਿਹਾਰ ਬਣ ਗਿਆ ਹੈ। ਜਦੋਂ ਮਨੁੱਖ ਕਹਿੰਦਾ ਸੀ ਧਰਤੀ ਚਪਟੀ ਹੈ, ਧਰਤੀ ਉਦੋਂ ਵੀ ਗੋਲ ਹੀ ਸੀ। ਅਸੀਂ ਮੰਨੀਏ ਨਾ ਮੰਨੀਏ, ਜਾਣੀਏ ਨਾ ਜਾਣੀਏ, ਸੱਚ ਸੱਚ ਹੀ ਰਹਿੰਦਾ ਹੈ। ਵਪਾਰ ਨੇ ਮਾਨਵ ਜਾਤੀ ਵਿੱਚ ਨਵੀਆਂ ਆਸਾਂ ਜਗਾਈਆਂ ਹਨ, ਨਵੇਂ ਸੁਪਨੇ ਉਸਾਰੇ ਹਨ ਅਤੇ ਨਵੀਆਂ ਸੰਭਾਵਨਾਵਾਂ ਸਿਰਜੀਆਂ ਹਨ। ਹੁਕੂਮਤ ਅਤੇ ਦੋਸਤੀ ਨਾਲ ਨਾਲ ਨਹੀਂ ਚੱਲਦੀਆਂ। ਹੁਕੂਮਤ ਵਿੱਚ ਕੋਈ ਦੋਸਤ ਨਹੀਂ ਹੁੰਦਾ। ਹੁਕੂਮਤ ਵਿਰੋਧੀ ਨੂੰ ਤਾਂ ਵਿਰੋਧੀ ਸਮਝਦੀ ਹੀ ਹੈ, ਇਹ ਦੋਸਤ ਨੂੰ ਵੀ ਸ਼ੱਕ ਨਾਲ ਵੇਖਦੀ ਹੈ।
ਉਦਯੋਗਿਕ ਕ੍ਰਾਂਤੀ ਸੁਭਾਅ ਵਜੋਂ ਤਖਤਾ ਉਲਟਾਓ ਕ੍ਰਾਂਤੀ ਨਾ ਹੋਣ ਦੇ ਬਾਵਜੂਦ ਕ੍ਰਾਂਤੀ ਆਖੀ ਜਾਂਦੀ ਹੈ, ਕਿਉਂਕਿ ਇਸ ਨੇ ਨਵੀਂ ਜੀਵਨ ਜਾਂਚ, ਨਵੇਂ ਸੰਬੰਧ, ਨਵੇਂ ਕਿੱਤੇ ਸਿਰਜੇ ਹਨ ਅਤੇ ਵਿਕਾਸ ਨੂੰ ਵਿਗਿਆਨਕ ਲੀਹਾਂ ਤੇ ਪਾਇਆ ਹੈ। ਇਸ ਤੋਂ ਪਹਿਲਾਂ ਅਤੇ ਮਗਰੋਂ ਦੇ ਸੰਸਾਰ ਵੱਖਰੇ ਸੰਸਾਰ ਹਨ। ਇਸਤਰੀਆਂ ਦੇ ਕਿਸੇ ਵੀ ਮਾਮਲੇ ਵਿੱਚ ਪਤੀਆਂ ਦੀ ਸਲਾਹ ਪਤੀਆਂ ਵਾਂਗ ਹੀ ਫਾਲਤੂ ਹੁੰਦੀ ਹੈ। ਇੱਕ ਧਰਮ ਦੀ ਕੱਟੜਤਾ ਦੂਜੇ ਧਰਮ ਦੀ ਕੱਟੜਤਾ ਨੂੰ ਜਗਾਉਣ ਅਤੇ ਜਗਾਈ ਰੱਖਣ ਦਾ ਕਾਰਜ ਕਰਦੀ ਹੈ। ਜੋ ਵੀ ਮੈਨੂੰ ਮਿਲਦਾ ਹੈ ਉਹ ਮੈਨੂੰ ਨਫ਼ਰਤ ਹੀ ਕਿਉਂ ਕਰਦਾ ਹੈ? ਤੈਨੂੰ ਕਿਸੇ ਨੂੰ ਮਿਲਣਾ ਆਉਂਦਾ ਹੈ। ਭਾਰਤ ਵਾਸੀ ਜਦੋਂ ਕਿਸੇ ਸੰਕਟ ਦਾ ਸਾਹਮਣਾ ਕਰਦੇ ਹਨ ਤਾਂ ਉਸ ਦਾ ਹੱਲ ਸੋਚਣ, ਉਸ ਨਾਲ ਨਜਿੱਠਣ ਦਾ ਉਪਰਾਲਾ ਕਰਨ ਦੀ ਥਾਂ ਅਰਦਾਸ, ਯੱਗ ਜਾਂ ਪੂਜਾ ਕਰਨ ਲੱਗ ਪੈਂਦੇ ਹਨ। ਉਦਯੋਗਿਕ ਕ੍ਰਾਂਤੀ ਦਾ ਸਭ ਤੋਂ ਵੱਡਾ ਯੋਗਦਾਨ ਜੀਵਨ ਦਾ ਸ਼ਹਿਰੀਕਰਨ ਸੀ, ਜਿਸ ਨਾਲ ਜੀਵਨ ਵਿੱਚ ਪੇਂਡੂ ਸਥਿਰਤਾ ਅਤੇ ਸਹਿ-ਹੋਂਦ ਦੀ ਥਾਂ ਸ਼ਹਿਰੀ ਗਤੀਸ਼ੀਲਤਾ ਅਤੇ ਮੁਕਾਬਲੇ ਨੇ ਲੈ ਲਈ ਹੈ। ਜੇ ਤੁਸੀਂ ਕਿਸੇ ਸਮੱਸਿਆ ਨੂੰ ਸਰਲ ਢੰਗ ਨਾਲ ਪ੍ਰਗਟਾ ਨਹੀਂ ਸਕਦੇ ਤਾਂ ਸਪਸ਼ਟ ਹੈ ਕਿ ਤੁਹਾਨੂੰ ਉਸ ਸਮੱਸਿਆ ਦੀ ਸਮਝ ਨਹੀਂ ਹੈ। ਜਦੋਂ ਸਮਾਜ ਵਿੱਚ ਪਾਪ ਵੱਧ ਜਾਂਦੇ ਹਨ ਤਾਂ ਧਾਰਮਿਕ ਸੰਸਥਾਨਾਂ 'ਤੇ ਚੜ੍ਹਾਵਾ ਬੜੀ ਤੇਜ਼ੀ ਨਾਲ ਵਧਣ ਲੱਗ ਪੈਂਦਾ ਹੈ। ਦੇਸ਼ ਪਿਆਰ ਕੁਦਰਤੀ ਪ੍ਰਵਿਰਤੀ ਨਹੀਂ, ਇਹ ਹਾਕਮਾਂ ਦੀ ਠੋਸੀ ਹੋਈ ਪ੍ਰਵਿਰਤੀ ਹੈ। ਇੱਕ ਰੱਬ ਦੇ ਪੁੱਤਰਾਂ ਵਿੱਚ ਭਰਾਵਾਂ ਵਾਲੀ ਭਾਵਨਾ ਪੈਦਾ ਕਰਨ ਵਿੱਚ ਸੰਸਾਰ ਦੇ ਕਿਸੇ ਧਰਮ ਨੇ ਸਫਲਤਾ ਪ੍ਰਾਪਤ ਨਹੀਂ ਕੀਤੀ। ਸਮੱਸਿਆਵਾਂ ਦਾ ਸਾਹਮਣਾ ਕਰਕੇ ਅਸੀਂ ਆਪਣੀ ਯੋਗਤਾ ਪ੍ਰਗਟਾਉਂਦੇ ਹਾਂ। ਉਸੂਲਾਂ ਦਾ ਮਹੱਤਵ ਤਾਂ ਹੀ ਹੁੰਦਾ ਹੈ ਜੇ ਜ਼ਿੰਦਗੀ ਦੀਆਂ ਬੁਨਿਆਦੀ ਸਮੱਸਿਆਵਾਂ ਹੱਲ ਹੋਈਆਂ ਹੋਣ। ਅਨਪੜ੍ਹ ਵਿਅਕਤੀਆਂ ਦੇ ਉਸੂਲ ਨਹੀਂ ਹੁੰਦੇ, ਬਿਮਾਰ ਵਿਅਕਤੀ ਦੇ ਉਸੂਲਾਂ ਦਾ ਕੋਈ ਅਰਥ ਨਹੀਂ ਹੁੰਦਾ। ਜਾਂ ਆਪਣੀ ਸਥਿਤੀ ਨੂੰ ਸੁਧਾਰੋ ਜਾਂ ਸਥਿਤੀ ਜਿਵੇਂ ਇਹ ਹੈ ਉਵੇਂ ਪ੍ਰਵਾਨ ਕਰੋ। ਬੁੜ-ਬੁੜ ਕਰਨਾ ਮਨ੍ਹਾ ਹੈ। ਕਿਸੇ ਨੇੜਲੇ ਰਿਸ਼ਤੇ ਦੇ ਝਗੜੇ ਵਿੱਚ ਜਿਹੜਾ ਨਿਰਪੱਖ ਰਹਿਣ ਦਾ ਯਤਨ ਕਰਦਾ ਹੈ ਉਹ ਵਧੀਕੀ ਕਰਨ ਵਾਲੇ ਦਾ ਪੱਖ ਪੂਰ ਰਿਹਾ ਹੁੰਦਾ ਹੈ। ਜਦੋਂ ਜੱਦੋ-ਜਹਿਦ 9 ਵਾਰੀ ਡਿੱਗ ਕੇ 10 ਵਾਰੀ ਉੱਠਣ ਦਾ ਨਾਂ ਹੈ, ਸਬਰ ਅਤੇ ਧੀਰਜ 20 ਵਾਰੀ ਡਿੱਗ ਕੇ 21ਵੀਂ ਵਾਰੀ ਉੱਠਣ ਦਾ ਨਾਂ ਹੈ। ਭਾਵਨਾਵਾਂ ਸਮੱਸਿਆਵਾਂ ਦੀ ਉਪਜ ਵੀ ਹੁੰਦੀਆਂ ਹਨ ਅਤੇ ਸਮੱਸਿਆਵਾਂ ਦੇ ਸਿੱਟੇ ਵੀ ਹੁੰਦੀਆਂ ਹਨ ਅਤੇ ਸਮੱਸਿਆਵਾਂ ਦੇ ਕਾਰਨ ਵੀ ਬਣਦੀਆਂ ਹਨ। ਹਰ ਕੋਈ ਵੱਖਰੇ ਕਾਰਨ ਕਰਕੇ ਪ੍ਰਸੰਨ ਹੈ ਅਤੇ ਵੱਖਰੇ ਕਾਰਨ ਕਰਕੇ ਦੁਖੀ ਹੈ। ਕੋਈ 45% ਪ੍ਰਸੰਨ ਹੈ, 55% ਦੁਖੀ ਹੈ, ਕੋਈ 60% ਸੁਖੀ ਹੈ, 40% ਦੁਖੀ ਹੈ। ਸੋ ਹਰ ਕਿਸੇ ਦੇ ਦੁੱਖ ਸੁੱਖ ਦਾ ਅਨੁਪਾਤ ਵੱਖਰਾ ਹੈ, ਪਰ ਕੁੱਲ ਜੋੜ ਹਰ ਕਿਸੇ ਦਾ ਬਰਾਬਰ ਹੈ। ਜੀਵਨ ਵਿੱਚ ਸੁੱਖ ਵੱਧ ਗਏ ਹਨ। ਜੇਕਰ ਹੁਣ ਸੁਤੰਤਰਤਾ ਸੰਗਰਾਮ ਕਰਨਾ ਪਏ ਤਾਂ ਬਹੁਤੇ ਲੋਕ ਦਿਲਚਸਪੀ ਨਹੀਂ ਲੈਣਗੇ, ਹਿੰਮਤ ਹੀ ਨਹੀਂ ਹੋਵੇਗੀ। ਡਾਰਵਿਨ ਦਾ ਸਿਧਾਂਤ ਮਾਰਕਸ ਦੇ ਫਲਸਫੇ ਨਾਲ ਕਈ ਪੱਖਾਂ ਤੋਂ ਮਿਲਦਾ ਜੁਲਦਾ ਹੈ, ਪਰ ਦੋਹਾਂ ਦਾ ਤਰਕ ਅਤੇ ਸ਼ੈਲੀ ਵੱਖਰੀ ਹੈ। ਮਾਰਕਸ ਆਪਣੇ ਗ੍ਰੰਥ ਕੈਪੀਟਲ ਨੂੰ ਡਾਰਵਿਨ ਨੂੰ ਸਮਰਪਣ ਕਰਨਾ ਚਾਹੁੰਦਾ ਸੀ, ਪਰ ਡਾਰਵਿਨ ਨੇ ਨਿਮਰਤਾ ਨਾਲ ਮਨ੍ਹਾ ਕਰ ਦਿੱਤਾ ਸੀ। ਵਿਸ਼ਵਾਸ ਤਿਆਰੀ ਲਈ ਹੁੰਦਾ ਹੈ, ਕੰਮ ਕਰਨ ਲਈ ਹਿੰਮਤ ਹੁੰਦੀ ਹੈ। ਜਦੋਂ ਵੀ ਸੰਭਵ ਹੋਵੇ ਜ਼ਿੰਦਗੀ ਮਾਣੋ, ਜਦੋਂ ਵੀ ਮੁਸ਼ਕਿਲ ਬਣੇ ਮੁਸ਼ਕਿਲ ਤੋਂ ਭੱਜੋ ਨਾ, ਬਰਦਾਸ਼ਤ ਕਰੋ। ਅਮੀਰੀ ਇਸ ਗੱਲ ਵਿੱਚ ਹੁੰਦੀ ਹੈ ਕਿ ਤੁਸੀਂ ਕਿਤਨੀਆਂ ਸਹੂਲਤਾਂ ਤੋਂ ਬਿਨਾਂ ਪ੍ਰਸੰਨ ਹੋ ਸਕਦੇ ਹੋ, ਆਨੰਦ ਮਾਣ ਸਕਦੇ ਹੋ। ਜੇ ਇੱਛਾ ਕਲਰਕ ਬਣਨ ਦੀ ਹੈ ਤਾਂ ਅਫਸਰ ਨਹੀਂ ਬਣ ਸਕੋਗੇ। ਜੇ ਆਸਾਂ ਨੀਵੀਆਂ ਹੋਣ ਤਾਂ ਨਤੀਜੇ ਉੱਚੇ ਨਹੀਂ ਨਿਕਲਦੇ। ਕਿਸੇ ਦੀ ਨਿੰਦਾ ਬੇਈਮਾਨੀ ਵਾਲੇ ਢੰਗ ਨਾਲ ਆਪਣੀ ਪ੍ਰਸ਼ੰਸਾ ਹੁੰਦੀ ਹੈ। ਅਸੀਂ ਰਹਿੰਦੇ ਇੱਕ ਹੀ ਅਸਮਾਨ ਥੱਲੇ ਹਾਂ, ਪਰ ਦੁਮੇਲ ਹਰ ਕਿਸੇ ਦਾ ਵੱਖਰਾ ਹੈ। ਜਿਹੜੇ ਕਹਿੰਦੇ ਹਨ ਪਤਾ ਨਹੀਂ ਮੇਰੇ ਨਾਲ ਇਵੇਂ ਕਿਉਂ ਵਾਪਰਦਾ ਹੈ, ਉਹ ਕਰਦੇ ਕੁਝ ਨਹੀਂ, ਕਰਨ ਬਾਰੇ ਸੋਚਦੇ ਹੀ ਰਹਿੰਦੇ ਹਨ ਅਤੇ ਜੋ ਵਾਪਰਨਾ ਹੁੰਦਾ ਹੈ ਉਹ ਵਾਪਰ ਜਾਂਦਾ ਹੈ।
ਹਵਾਈ ਜਹਾਜ਼ ਦੀ ਕਾਢ ਕੱਢਣ ਵਾਲੇ ਰਾਈਟ ਭਰਾ ਵਿਗਿਆਨੀ ਨਹੀਂ ਸਨ। ਹੈ ਤਾਂ ਉਹਨਾਂ ਕੋਲ ਸਾਈਕਲਾਂ ਹੀ ਸਨ, ਪਰ ਉਹਨਾਂ ਕੋਲ ਜਹਾਜ਼ ਵਿੱਚ ਉੱਡਣ ਦਾ ਸੁਪਨਾ ਸੀ। ਖੇਤ ਵਿੱਚ ਕਈ ਚੀਜ਼ਾਂ ਕਿਸਾਨ ਦੀ ਮਰਜ਼ੀ ਤੋਂ ਬਿਨਾਂ ਹੀ ਉੱਗਦੀਆਂ ਹਨ। ਜੋ ਪ੍ਰਚਲਿਤ ਹੁੰਦਾ ਹੈ ਜ਼ਰੂਰੀ ਨਹੀਂ ਕਿ ਉਹ ਠੀਕ ਵੀ ਹੋਵੇ, ਜੋ ਠੀਕ ਹੁੰਦਾ ਹੈ ਜ਼ਰੂਰੀ ਨਹੀਂ ਕਿ ਉਹ ਪ੍ਰਚਲਿਤ ਵੀ ਹੋਵੇ। ਤੀਰਥ ਯਾਤਰਾ ਦਾ ਉਦੇਸ਼ ਹੰਕਾਰ ਤੋੜਨਾ ਹੁੰਦਾ ਹੈ, ਇਸੇ ਲਈ ਤੀਰਥ ਯਾਤਰਾ ਮੁਸ਼ਕਿਲ ਰਸਤਿਆਂ ਵਿੱਚੋਂ ਲੰਘਦੀ ਹੈ, ਪਰ ਕਈ ਤੀਰਥ ਯਾਤਰਾ ਕਰਨ ਦਾ ਹੰਕਾਰ ਕਰਨ ਲੱਗ ਪੈਂਦੇ ਹਨ। ਸਾਡੇ ਅੰਦਰ ਛੁਪੀਆਂ ਗੱਲਾਂ ਅਤੇ ਸਾਡੇ ਅਚੇਤ ਮਨ ਵਿੱਚ ਪਈਆਂ ਗੱਲਾਂ ਭੈੜੀਆਂ ਹੀ ਕਿਉਂ ਹੁੰਦੀਆਂ ਹਨ? ਕਿਸੇ ਤੋਂ ਬਦਲਾ ਲੈਣਾ ਹੈ, ਉਸ ਤੋਂ ਵਧੇਰੇ ਸਫਲ ਹੋ ਕੇ ਲਓ। ਅਜੋਕੇ ਪ੍ਰੇਮੀ ਦਾ ਐਲਾਨ, ਜੇ ਤੂੰ ਮੇਰੀ ਨਹੀਂ ਹੋਵੇਂਗੀ ਤੈਨੂੰ ਕਿਸੇ ਦੀ ਨਹੀਂ ਹੋਣ ਦਿਆਂਗਾ। ਅਜੋਕੀ ਪ੍ਰੇਮਿਕਾ ਦੀ ਧਮਕੀ, ਜੇ ਕਿਸੇ ਹੋਰ ਨਾਲ ਵਿਆਹ ਕਰਵਾਉਣ ਬਾਰੇ ਸੋਚਿਆ ਤਾਂ ਤੈਨੂੰ ਮਰਵਾ ਦੇਵਾਂਗੀ। ਇਸਤਰੀ ਪੁਰਸ਼ ਦੀਆਂ ਤਰਜੀਹਾਂ 2-3 ਆਪਸੀ ਮਿਲਣੀਆਂ ਵਿੱਚ ਦੋਹਾਂ ਨੂੰ ਸਪਸ਼ਟ ਹੋ ਜਾਂਦੀਆਂ ਹਨ। ਢਹਿੰਦੀ ਕਲਾ ਦਾ ਕੋਈ ਇੱਕ ਕਾਰਨ ਨਹੀਂ ਹੁੰਦਾ, ਸੋ ਢਹਿੰਦੀ ਕਲਾ ਦਾ ਕੋਈ ਇੱਕ ਇਲਾਜ ਵੀ ਨਹੀਂ ਹੁੰਦਾ। ਸਾਡੇ ਬਜ਼ੁਰਗ ਬੁਢਾਪੇ ਨੂੰ ਸ਼ਾਂਤ ਮਨ ਨਾਲ ਸਵੀਕਾਰ ਕਰਦੇ ਰਹੇ ਹਨ। ਅਜੋਕੀਆਂ ਪੀੜ੍ਹੀਆਂ ਬੁਢਾਪੇ ਨੂੰ ਸਵੀਕਾਰਨ ਜਾਂ ਇਨਕਾਰਨ ਦੀ ਦੁਚਿੱਤੀ ਦਾ ਸ਼ਿਕਾਰ ਹਨ ਅਤੇ ਜਵਾਨ ਦਿਸਣ ਲਈ ਪੂਰੇ ਜ਼ੋਰ ਨਾਲ ਹੱਥ ਪੈਰ ਮਾਰ ਰਹੀਆਂ ਹਨ। ਕਿਸੇ ਦੀ ਕੋਈ ਫੋਟੋ ਉਸ ਨਾਲ ਮੇਲ ਨਹੀਂ ਖਾਂਦੀ, ਕਿਉਂਕਿ ਫੋਟੋ ਖਿਚਵਾਉਣ ਵੇਲੇ ਅਸੀਂ ਕੁਝ ਹੋਰ ਹੀ ਬਣ ਜਾਂਦੇ ਹਾਂ। ਜਿਸ ਦੇ ਮੱਥੇ 'ਤੇ ਹਰ ਵੇਲੇ ਤਿਉੜੀ ਹੁੰਦੀ ਹੈ, ਉਹ ਵੀ ਫੋਟੋ ਵਿੱਚ ਮੁਸਕਰਾ ਰਿਹਾ ਹੁੰਦਾ ਹੈ। ਸੋ ਕੇਵਲ ਫੋਟੋ ਦੇ ਆਧਾਰ 'ਤੇ ਕਿਸੇ ਬਾਰੇ ਕੋਈ ਫੈਸਲਾ ਕਰਨਾ ਯੋਗ ਨਹੀਂ ਹੋਵੇਗਾ। ਕਸਮੇ ਕੱਪੜਿਆਂ ਤੋਂ ਇਸਤਰੀ ਦੇ ਕੁੜੀ ਹੋਣ ਦਾ ਪਤਾ ਲੱਗਦਾ ਹੈ, ਢਿੱਲੇ ਕੱਪੜਿਆਂ ਤੋਂ ਉਸਦੇ ਸਤਿਕਾਰਯੋਗ ਇਸਤਰੀ ਹੋਣ ਦਾ ਪਤਾ ਲੱਗਦਾ ਹੈ, ਪਰ ਉਹ ਸਤਿਕਾਰਯੋਗ ਬਣਨਾ ਨਹੀਂ ਚਾਹੁੰਦੀ। ਘਰਾਂ ਵਿੱਚ ਰਿੰਨਣ ਪਕਾਉਣ ਦਾ ਕੰਮ ਕਰਨ ਵਾਲੇ ਪੁਰਸ਼ ਇਸਤਰੀਆਂ ਦੇ ਮੁਕਾਬਲੇ ਬਹੁਤ ਅਧਿਕ ਭਾਂਡੇ ਵਰਤਦੇ ਹਨ। ਭਾਵੇਂ ਕੋਈ ਸੇਵਾ ਮੁਕਤ ਹੋ ਗਿਆ ਹੋਵੇ, ਉਹ ਵੀ ਐਤਵਾਰ ਨੂੰ ਉਡੀਕਦਾ ਹੈ, ਕਿਉਂਕਿ ਐਤਵਾਰ ਦਾ ਸੁਭਾਅ ਬਾਕੀ ਦਿਨਾਂ ਨਾਲੋਂ ਸੁਖਾਵਾਂ ਹੁੰਦਾ ਹੈ। ਜਿਉਂ-ਜਿਉਂ ਸੰਸਾਰ ਵਿੱਚ ਨਾਸਤਿਕਾਂ ਦੀ ਗਿਣਤੀ ਵੱਧ ਰਹੀ ਹੈ, ਤਿਉਂ-ਤਿਉਂ ਆਸਤਿਕ ਹੋਰ ਕੱਟੜ ਹੋ ਰਹੇ ਹਨ। ਜਿਨ੍ਹਾਂ ਵਿੱਚ ਹਮਲਾਵਰੀ ਬਿਰਤੀ ਨਹੀਂ ਹੁੰਦੀ, ਉਹ ਚੰਗੇ ਖਿਡਾਰੀ ਨਹੀਂ ਬਣਦੇ। ਰੱਬ ਬਾਰੇ ਪੂਰਨ ਭਰੋਸਾ ਕਿਸੇ ਨੂੰ ਨਹੀਂ। ਧਾਰਮਿਕ ਸਥਾਨ 'ਤੇ ਆਪਣੇ ਵਰਗੇ ਹੋਰਾਂ ਨੂੰ ਵੇਖ ਕੇ ਰੱਬ ਦੇ ਹੋਣ ਬਾਰੇ ਧਰਵਾਸ ਹੁੰਦੀ ਹੈ ਅਤੇ ਆਪਣਾ ਵਿਸ਼ਵਾਸ ਸੱਚਾ ਅਤੇ ਚੰਗਾ ਲੱਗਣ ਲੱਗ ਜਾਂਦਾ ਹੈ। ਕਿਤਨਾ ਦਾਨ ਚੰਗੀਆਂ ਭਾਵਨਾਵਾਂ ਨਾਲ ਦਿੱਤਾ ਜਾਂਦਾ ਹੈ, ਕਿਤਨਾ ਮਜਬੂਰੀ ਵਸ, ਕਿਤਨਾ ਵਿਖਾਉਣ ਲਈ, ਕਿਤਨਾ ਆਪਣੇ ਨਾਂ ਕਾਰਨ, ਕਿਤਨਾ ਖਹਿੜਾ ਛੁਡਾਉਣ ਲਈ, ਕਿਤਨਾ ਪਰਲੋਕ ਸੁਧਾਰਨ ਲਈ। ਆਗੂ ਦਾ ਅਸਰ ਤਾਂ ਹੀ ਹੁੰਦਾ ਹੈ ਜੇ ਉਹ ਸਾਰਿਆਂ ਦਾ ਆਗੂ ਹੋਵੇ। ਦੇਸ਼ 'ਤੇ ਹਕੂਮਤ ਕਰਨੀ ਕਈਆਂ ਨੇ ਪਰਿਵਾਰਕ ਮਾਲਕੀ ਬਣਾ ਲਈ ਹੈ। ਕਾਮ ਅਜਿਹਾ ਵਿਸ਼ਾ ਹੈ, ਕੁਝ ਇਸ ਦੇ ਉਰਾਰ ਖੜ੍ਹੇ ਹਨ, ਕੁਝ ਪਾਰ ਖੜ੍ਹੇ ਹਨ, ਵਿੱਚ ਵਿਚਾਲੇ ਕੋਈ ਨਹੀਂ। ਜੂਆ ਚੱਲ ਹੀ ਤਾਂ ਸਕਦਾ ਹੈ ਜੇ ਜੂਏਬਾਜ਼ ਕੁਝ ਜਿੱਤੇ, ਕੁਝ ਹਾਰੇ, ਪਰ ਅੰਤ ਨੂੰ ਹਰ ਕੋਈ ਸਭ ਕੁਝ ਹਾਰੇ। ਹਾਰ ਜਿੱਤ ਦੀ ਲੁਕਣ ਮੀਚੀ ਜੂਏਬਾਜ਼ਾਂ ਨੂੰ ਰੁਝਾਈ ਰੱਖਦੀ ਹੈ ਅਤੇ ਇਹ ਰੁਝੇਵਾਂ ਪੂਰੀ ਤਰ੍ਹਾਂ ਹਾਰਨ ਤੱਕ ਜਾਰੀ ਰਹਿੰਦਾ ਹੈ। ਕਾਮ ਦਾ ਵਿਸ਼ਾ ਵਿਚਾਰਿਆ ਹੀ ਉਦਯੋਗਿਕ ਕ੍ਰਾਂਤੀ ਤੋਂ ਮਗਰੋਂ ਗਿਆ ਹੈ। ਪ੍ਰਜਾਤੰਤਰ, ਸ਼ਹਿਰੀਕਰਨ, ਵਿਗਿਆਨਕੀਕਰਨ, ਮਨੋਵਿਗਿਆਨ, ਸਿੱਖਿਆ ਦੇ ਫੈਲਾਓ ਆਦਿ ਨੇ ਇਸ ਵਿਸ਼ੇ ਨੂੰ ਵਿਚਾਰਨ ਦੇ ਆਧਾਰ ਉਪਜਾਏ ਹਨ। ਕਿਹੜੇ ਪ੍ਰਸ਼ਨ ਮਹੱਤਵਪੂਰਨ ਹਨ ਅਤੇ ਕਿਹੜੇ ਨਹੀਂ, ਇਹ ਫੈਸਲਾ ਸਮਾਜਿਕ ਵਾਤਾਵਰਨ ਕਰਦਾ ਹੈ। ਜਦੋਂ ਧਰਮ ਮੁੱਕ ਜਾਣਗੇ ਤਾਂ ਵੀ ਧਾਰਮਿਕ ਵਿਹਾਰ ਜਾਰੀ ਰਹੇਗਾ। ਮਨੁੱਖ ਕਿਸੇ ਨਾ ਕਿਸੇ ਅੱਗੇ ਝੁਕੇਗਾ, ਸੰਗਤ ਵਾਂਗ ਹੋਰਾਂ ਨਾਲ ਬੈਠੇਗਾ, ਰਲ ਕੇ ਕੁਝ ਗਾਏਗਾ, ਪ੍ਰਸ਼ਾਦ ਵਾਂਗ ਕੁਝ ਵੰਡੇਗਾ।
ਮਨੋਵਿਗਿਆਨ ਵਿੱਚ ਭਵਿੱਖ ਨਹੀਂ, ਅਤੀਤ ਮਹੱਤਵਪੂਰਨ ਹੁੰਦਾ ਹੈ। ਅਜੋਕਾ ਮਨੁੱਖ ਜਿਤਨਾ ਸਿਆਣਾ ਹੈ, ਉਸ ਤੋਂ ਵੱਧ ਸਿਆਣਾ ਕਿਉਂ ਨਹੀਂ? ਕੀ ਮਨੁੱਖ ਸਿਆਣਾ ਹੈ? ਸਾਡੇ ਫੇਫੜੇ ਕੇਵਲ ਆਕਸੀਜਨ ਦੇ ਸਾਹ ਲੈਣ ਲਈ ਹਨ, ਕਿਸੇ ਹੋਰ ਗੈਸ ਦੇ ਨਹੀਂ। ਜਹਾਦੀਆਂ ਦਾ ਉਦੇਸ਼ ਧਰਮ ਨੂੰ ਹਰ ਕੀਮਤ 'ਤੇ ਬਚਾਉਣਾ ਹੁੰਦਾ ਹੈ, ਉਹਨਾਂ ਦਾ ਧਿਆਨ ਨੁਕਸਾਨ ਵੱਲ ਨਹੀਂ ਜਾਂਦਾ। ਅੱਜ ਵੀ ਸਾਡੇ ਦੇਸ਼ ਦੇ ਵਪਾਰ ਵਿੱਚ ਮੁਕਾਬਲੇ ਦਾ ਹੀ ਫਾਰਮੂਲਾ ਵਰਤਿਆ ਜਾ ਰਿਹਾ ਹੈ। ਇਸ ਦੀ ਥਾਂ ਹੁਣ ਕੁਆਲਿਟੀ ਦਾ ਫਾਰਮੂਲਾ ਲਾਗੂ ਹੋਵੇਗਾ। ਦੇਸ਼ ਭਗਤੀ ਦੀਆਂ ਗੱਲਾਂ ਸਧਾਰਨ ਲੋਕਾਂ ਲਈ ਹੁੰਦੀਆਂ ਹਨ। ਹਾਕਮ ਘਰਾਣਿਆਂ ਵਿੱਚੋਂ ਕੋਈ ਫੌਜ ਵਿੱਚ ਭਰਤੀ ਨਹੀਂ ਹੁੰਦਾ, ਉਹ ਮੰਤਰੀ ਅਤੇ ਪ੍ਰਧਾਨ ਮੰਤਰੀ ਬਣਨ ਬਾਰੇ ਹੀ ਸੋਚਦਾ ਹੈ। ਜਿਤਨੀਆਂ ਵਧੇਰੇ ਸਮੱਸਿਆਵਾਂ ਸੁਲਝਾਓਗੇ, ਉਤਨੀਆਂ ਨਵੀਆਂ ਸਮੱਸਿਆਵਾਂ ਸੁਲਝਾਉਣੀਆਂ ਸੌਖੀਆਂ ਹੋ ਜਾਣਗੀਆਂ। ਮਾਹਿਰ ਇਵੇਂ ਹੀ ਬਣਦੇ ਹਨ। ਲਿਖਣ ਵੇਲੇ ਵੀ ਲੁਕਵੇਂ ਰੂਪ ਵਿੱਚ ਅਸੀਂ ਪਹਿਲਾਂ ਬੋਲਦੇ ਹਾਂ, ਫਿਰ ਆਪਣੇ ਆਪ ਨੂੰ ਲਿਖਵਾਉਂਦੇ ਹਾਂ। ਜਦੋਂ ਕਿਸੇ ਸੁਧਾਰ ਦੀ ਲੋੜ ਪੈਂਦੀ ਹੈ ਤਾਂ ਪਹਿਲਾਂ ਬੋਲਬਾਣੀ ਵਿੱਚ ਚਾਹੀਦਾ ਹੈ, ਲੋੜ ਹੈ, ਕਰਨ ਦੀ ਲੋੜ ਹੈ, ਹੋਣਾ ਚਾਹੀਦਾ ਹੈ ਆਦਿ ਦੁਹਰਾ ਕੇ ਰਾਹ ਪੱਧਰਾ ਕੀਤਾ ਜਾਂਦਾ ਹੈ। ਨੈਤਿਕ ਪੱਖੋਂ ਮਨੁੱਖ ਕਮਜ਼ੋਰ ਹੋ ਰਿਹਾ ਹੈ। ਮਨੁੱਖ ਜਿਨ੍ਹਾਂ ਵਰਤਾਰਿਆਂ ਨੂੰ ਅਪਣਾਉਂਦਾ ਜਾ ਰਿਹਾ ਹੈ, ਉਹ ਸਭ ਪੱਖੋਂ ਉਸ ਨੂੰ ਕਮਜ਼ੋਰ ਕਰਦੇ ਹਨ ਅਤੇ ਉਸ ਤੋਂ ਨਾ ਕਹਿਣ ਦੀ ਹਿੰਮਤ ਖੋਹਣ ਵਾਲੇ ਹੁੰਦੇ ਹਨ। ਕੰਪਿਊਟਰਾਂ ਨੇ ਕਲਰਕਾਂ ਦੀ ਥਾਂ ਲੈ ਲਈ ਹੈ। ਹੁਣ ਹਰ ਕੋਈ ਕਲਰਕ ਹੈ। ਬੱਚੇ ਆਪਸ ਵਿੱਚ ਬੋਲਣ ਲਈ ਆਪਣੀ ਨਿਵੇਕਲੀ ਭਾਸ਼ਾ ਸਿਰਜ ਲੈਂਦੇ ਹਨ। ਪ੍ਰੇਮੀ ਵੀ ਆਪਸ ਵਿੱਚ ਸੰਚਾਰ ਲਈ ਇੱਕ ਗੁੱਝੀ ਭਾਸ਼ਾ ਉਸਾਰ ਲੈਂਦੇ ਹਨ। ਸਮਗਲਰ, ਜਾਸੂਸ ਆਦਿ ਆਪਣੀ ਆਪਣੀ ਨਿਵੇਕਲੀ ਭਾਸ਼ਾ ਦਾ ਨਿਰਮਾਣ ਕਰਦੇ ਹਨ। ਇਵੇਂ ਅਸੀਂ ਕਈ ਭਾਸ਼ਾਵਾਂ ਬੋਲਦੇ ਵਰਤਦੇ ਹਾਂ। ਹਰੇਕ ਪ੍ਰਕਾਰ ਦੇ ਵਿਕਾਸ ਨੂੰ ਪਰੰਪਰਾ ਦੀ ਚੁਣੌਤੀ ਹੁੰਦੀ ਹੈ, ਕਿਉਂਕਿ ਹਰੇਕ ਪਰੰਪਰਾ ਵਿਕਾਸ ਦਾ ਰਾਹ ਰੋਕਦੀ ਹੈ। ਜੇ ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਪੁਰਸ਼ ਅਤੇ ਇਸਤਰੀਆਂ ਇਕੱਠੇ ਰਹਿਣ ਲੱਗ ਪੈਣ ਤਾਂ ਉਹ ਆਪਣੀ ਨਵੀਂ ਸਾਂਝੀ ਭਾਸ਼ਾ ਆਪ ਮੁਹਾਰੇ ਸਿਰਜ ਲੈਣਗੇ। ਜਵਾਨ ਬਜ਼ੁਰਗਾਂ ਦਾ ਸਤਿਕਾਰ ਕਰਕੇ ਉਹਨਾਂ ਨੂੰ ਦਖਲ ਦੇਣ ਤੋਂ ਰੋਕਦੇ ਹਨ। ਯੂਰਪ ਦੇ ਲੋਕ ਫੈਸਲੇ ਉਦੋਂ ਕਰਦੇ ਹਨ ਜਦੋਂ ਉਹਨਾਂ ਨੇ ਪੀਤੀ ਹੋਵੇ, ਸੋਚ ਉੱਚੀ ਹੋਵੇ, ਹੌਸਲਾ ਬੁਲੰਦ ਹੋਵੇ, ਜਦੋਂ ਕਲਪਨਾ ਜਾਗੀ ਹੋਵੇ। ਪਰ ਫੈਸਲਿਆਂ 'ਤੇ ਅਮਲ ਉਦੋਂ ਕਰਦੇ ਹਨ ਜਦੋਂ ਉਹ ਪੂਰੀ ਤਰ੍ਹਾਂ ਹੋਸ਼ ਵਿੱਚ ਹੋਣ। ਵਾਪਰਦਾ ਵਿਕਾਸ ਦਿਸਦਾ ਨਹੀਂ, ਵਾਪਰਨ ਉਪਰੰਤ ਹਰ ਕੋਈ ਵੇਖਦਾ ਹੈ। ਜਿਸ ਦੀ ਚਾਪਲੂਸੀ ਕਰੋਗੇ ਉਸ ਦਾ ਪੱਧਰ ਡਿੱਗੇਗਾ। ਚਾਪਲੂਸ ਦਾ ਪੱਧਰ ਪਹਿਲਾਂ ਹੀ ਡਿੱਗਿਆ ਹੁੰਦਾ ਹੈ। ਜਿਨ੍ਹਾਂ ਧੀਆਂ ਨੇ ਘਰ ਅੰਦਰ ਪਿਤਾ ਦੇ ਹੱਥੋਂ ਮਾਂ ਦੀ ਹੁੰਦੀ ਬੇਇੱਜ਼ਤੀ ਵੇਖੀ ਹੁੰਦੀ ਹੈ, ਉਹ ਧੀਆਂ ਇਸਤਰੀਆਂ ਲਈ ਪੁਰਸ਼ਾਂ ਦੇ ਬਰਾਬਰ ਅਧਿਕਾਰਾਂ ਦੀ ਮੰਗ ਕਰਦੀਆਂ ਹਨ। ਪਹਿਨੋ ਜੋ ਮਰਜ਼ੀ, ਪਰ ਸੋਹਣੇ ਆਤਮ ਵਿਸ਼ਵਾਸ ਨਾਲ ਲੱਗੋਗੇ। ਹੁਣ ਟੁੱਟੇ ਰਿਸ਼ਤਿਆਂ ਦਾ ਅਜਾਇਬ ਘਰ ਉਸਾਰਿਆ ਜਾ ਰਿਹਾ ਹੈ। ਬਹੁਤੀਆਂ ਸਮੱਸਿਆਵਾਂ ਸੋਚ ਦੀ ਘਾਟ ਅਤੇ ਬਾਕੀ ਦੀਆਂ ਸ਼ਬਦਾਵਲੀ ਦੇ ਵਿਗਾੜ ਨਾਲ ਉਪਜਦੀਆਂ ਹਨ। ਸੋਚਣ ਦਾ ਉਦੇਸ਼ ਨਵੇਂ ਵਿਚਾਰਾਂ ਦੇ ਨਿਰਮਾਣ ਰਾਹੀਂ ਨਵੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਹੁੰਦਾ ਹੈ। ਕਈ ਵਿਚਾਰ ਨਵੇਂ ਦੇ ਪੱਖ ਵਿੱਚ ਹੁੰਦੇ ਹਨ, ਕਈ ਪੁਰਾਣੇ ਦੇ ਵਿਰੋਧ ਵਿੱਚ ਹੁੰਦੇ ਹਨ। ਸੰਚਾਰ ਜਿਤਨਾ ਸੁਖਾਲਾ ਹੋਵੇਗਾ, ਵਿਕਾਸ ਉਤਨਾ ਤੇਜ਼ ਹੋਵੇਗਾ। ਸੋਚਣ ਦੇ ਪੱਖੋਂ ਮਨੁੱਖ ਕਿਤਨੀ ਦੂਰ ਜਾ ਸਕਦਾ ਹੈ, ਕੋਈ ਹੱਦ ਨਹੀਂ। ਭਾਵੇਂ ਰਸਤਾ ਖਰਾਬ ਹੋਵੇ, ਮਨ ਆਪ ਹੀ ਰਸਤਾ ਬਣਾਈ ਜਾਂਦਾ ਹੈ। ਮਸ਼ੀਨ ਦੀ ਕਾਰਜ-ਵਿਧੀ ਸਮਝ ਕੇ, ਸੁਧਾਰ ਕੇ, ਨਵੇਂ ਪੱਖ ਜੋੜ ਕੇ ਮਸ਼ੀਨ ਤੋਂ ਅਗਲੇਰੀਆਂ ਮਸ਼ੀਨਾਂ ਬਣਦੀਆਂ ਹਨ। ਅਕਲ ਦਾ ਮੁੱਢਲਾ ਕਾਰਜ ਚੰਗੇ ਅਤੇ ਮਾੜੇ, ਲਾਭਕਾਰੀ ਅਤੇ ਹਾਨੀਕਾਰਕ ਵਿਚਲਾ ਅੰਤਰ ਜਾਣਨਾ ਹੁੰਦਾ ਹੈ। ਧਰਮ, ਭਾਸ਼ਾ, ਕੌਮੀਅਤ, ਦੇਸ਼, ਨਸਲ ਆਦਿ ਅਜੋਕੇ ਸੰਸਾਰ ਵਿੱਚ ਮਨੁੱਖਾਂ ਨੂੰ ਜੋੜਨ ਵਾਲੀਆਂ ਉਹ ਕੜੀਆਂ ਹਨ ਜਿਹੜੀਆਂ ਟੁੱਟ ਰਹੀਆਂ ਹਨ। ਕੋਈ ਤੋਹਫ਼ਾ ਆਪਣੇ ਆਪ ਵਿੱਚ ਮਹੱਤਵਪੂਰਨ ਨਹੀਂ ਹੁੰਦਾ, ਉਸ ਨੂੰ ਮਹੱਤਵਪੂਰਨ ਕੁਝ ਹਾਲਤਾਂ ਵਿੱਚ ਦੇਣ ਵਾਲਾ ਅਤੇ ਬਹੁਤੀਆਂ ਹਾਲਤਾਂ ਵਿੱਚ ਲੈਣ ਵਾਲਾ ਬਣਾਉਂਦਾ ਹੈ। ਮਜ਼ਬੂਤ ਬੰਦੇ ਆਪਣੇ ਬੁਢਾਪੇ ਨੂੰ ਬੜੇ ਧੀਰਜ ਨਾਲ ਸਵੀਕਾਰ ਕਰਦੇ ਹਨ ਅਤੇ ਬਜ਼ੁਰਗਾਂ ਵਾਂਗ ਸਰਪ੍ਰਸਤੀ ਵਾਲਾ ਜੀਵਨ ਜਿਉਂਦੇ ਹਨ।
ਵੱਡੇ ਮਹੱਤਵਪੂਰਨ ਕਾਰਜ ਸ਼ਕਤੀ ਅਤੇ ਰਫ਼ਤਾਰ ਨਾਲ ਨਹੀਂ ਹੁੰਦੇ, ਵਿਉਂਤ ਅਤੇ ਸਿਆਣਪ ਨਾਲ ਹੁੰਦੇ ਹਨ। ਖੇਤਰ ਕੋਈ ਹੋਵੇ, ਜੋ ਸੋਚਿਆ ਜਾਂਦਾ ਹੈ ਉਵੇਂ ਹੁੰਦਾ ਨਹੀਂ। ਤੋਹਫ਼ੇ ਨੂੰ ਉਸ ਦੇ ਆਲੇ ਦੁਆਲੇ ਤੋਂ ਨਿਖੇੜ ਦਿਓ, ਉਸ ਦਾ ਮਹੱਤਵ ਘਟ ਜਾਵੇਗਾ। ਇਹੀ ਕਾਰਨ ਹੈ ਕਿ ਚੋਰੀ ਕੀਤੇ ਤੋਹਫ਼ੇ ਕਦੇ ਸਜਾਵਟ ਨਹੀਂ ਬਣਦੇ। ਖੇਡਾਂ ਇਸ ਲਈ ਦਿਲਚਸਪ ਹੁੰਦੀਆਂ ਹਨ ਕਿਉਂਕਿ ਇਹਨਾਂ ਵਿੱਚ ਹਾਰ ਨਿਸ਼ਚਿਤ ਹੁੰਦੀ ਹੈ। ਖਿਡਾਰੀਆਂ ਨੇ ਹਾਰ ਨੂੰ ਜਿੱਤ ਬਣਾਉਣਾ ਹੁੰਦਾ ਹੈ। ਰੌਬਦਾਰ ਬੰਦੇ ਦੀ ਹਾਂ ਅਤੇ ਨਾ ਵਿੱਚ ਸਿਰ ਹਿਲਾਉਣ ਵਿੱਚ ਵੀ ਰੌਬ ਹੁੰਦਾ ਹੈ। ਜਵਾਨੀ ਵਰਗੀਆਂ ਨਵੀਆਂ ਇਮਾਰਤਾਂ ਢਾਉਣੀਆਂ ਸੌਖੀਆਂ ਨਹੀਂ ਹੁੰਦੀਆਂ। ਬੁਢਾਪੇ ਵਰਗੀਆਂ ਇਮਾਰਤਾਂ ਆਪੇ ਢਹਿ ਜਾਂਦੀਆਂ ਹਨ। ਜੇ ਕੋਈ ਬੋਲ ਰਿਹਾ ਹੋਵੇ ਤਾਂ ਸੁਣੋ, ਉਸ ਦੀਆਂ ਅੱਖਾਂ ਕੀ ਕਹਿ ਰਹੀਆਂ ਹਨ। ਜਿਹੜਾ ਸਿੱਧਾ ਬੈਠਦਾ ਹੈ ਉਹ ਸਿੱਧਾ ਸੋਚਦਾ ਹੈ, ਸਿੱਧਾ ਵੇਖਦਾ ਹੈ, ਸਿੱਧਾ ਤੁਰਦਾ ਹੈ। ਜਿਹੜਾ ਢਾਸਣਾ ਲਾ ਕੇ ਬੈਠਦਾ ਹੈ ਉਹ ਢਿੱਲੀਆਂ ਗੱਲਾਂ ਕਰੇਗਾ। ਗੱਲਾਂ ਤਾਂ ਕਰੇਗਾ ਹੀ ਨਹੀਂ, ਢਾਸਣੇ ਨੂੰ ਠੀਕ ਕਰਦਾ ਰਹੇਗਾ। ਔਰਤ ਕਈ ਭਾਸ਼ਾਵਾਂ ਬੋਲਦੀ ਹੈ, ਇੱਕ ਭਾਸ਼ਾ ਉਹ ਜ਼ੁਬਾਨ ਨਾਲ ਵੀ ਬੋਲਦੀ ਹੈ। ਸਫਲਤਾ ਸਫਲ ਵਿਅਕਤੀ ਦੇ ਚਿਹਰੇ ਤੇ ਉਕਰੀ ਹੁੰਦੀ ਹੈ। ਕੋਈ ਵੀ ਵਿਚਾਰ ਪੂਰਨ ਭਾਂਤ ਮੌਲਿਕ ਨਹੀਂ ਹੁੰਦਾ, ਉਸ ਵਿੱਚ ਕਈ ਪਹਿਲੇ ਵਿਚਾਰਾਂ ਦਾ ਖਮੀਰ ਹੁੰਦਾ ਹੈ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।